ਮੈਂ ਰਾਜਸਥਾਨ ਦੇ ਉਸ ਛੋਟੇ ਜਿਹੇ ਸ਼ਹਿਰ ਵਿੱਚ ਪਹਿਲੀ ਵਾਰ ਗਈ ਸੀ। ਮੇਰਾ ਨਾਮ ਅਵਨੀਤ ਹੈ। ਮੈਂ ਉੱਥੇ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਕਰਕੇ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਥਾਂ ਤੇ ਜਾ ਕੇ ਮੇਰੇ ਨਾਲ ਮੇਰੀ ਜ਼ਿੰਦਗੀ ਦਾ ਸਭ ਤੋਂ ਅਜੀਬੋ-ਗਰੀਬ ਕਿੱਸਾ ਪੇਸ਼ ਆਵੇਗਾ। ਮੈਂ ਇਕੱਲੀ ਸੀ ਅਤੇ ਮੈਨੂੰ ਸ਼ਹਿਰ ਵਿੱਚ ਰਹਿਣ ਲਈ ਕੋਈ ਥਾਂ ਚਾਹੀਦੀ ਸੀ। ਜਦੋਂ ਮੈਂ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਲਾਲ ਹਵੇਲੀ ਦੇ ਨੇੜੇ ਕੋਈ ਥਾਂ ਚਾਹੀਦੀ ਹੈ। ਉਸਨੇ ਕਿਹਾ, ਇਸ ਹਵੇਲੀ ਦੇ ਨੇੜੇ ਹੀ ਕਿਉਂ? ਤਾਂ ਮੈਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੀਆਂ ਹਵੇਲੀਆਂ ਬਹੁਤ ਪਸੰਦ ਹਨ। ਉਸ ਦਾ ਕਹਿਣਾ ਸੀ ਕਿ ਲਾਲ ਹਵੇਲੀ ਦੇ ਨੇੜੇ ਤਾਂ ਥਾਂ ਮਿਲ ਜਾਵੇਗੀ, ਪਰ ਉੱਥੇ ਜ਼ਿਆਦਾ ਲੋਕ ਨਹੀਂ ਰਹਿੰਦੇ ਹਨ। ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਉੱਥੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਉਸ ਹਵੇਲੀ ਦੇ ਬਾਰੇ ਵਿੱਚ ਬਹੁਤ ਅਜੀਬੋ-ਗਰੀਬ ਗੱਲਾਂ ਫੈਲੀਆਂ ਹੋਈਆਂ ਹਨ। ਮੈਂ ਉਸ ਨੂੰ ਪੁੱਛਿਆ, ਇਸ ਦਾ ਕੀ ਮਤਲਬ ਹੈ? ਤਾਂ ਉਸਨੇ ਕਿਹਾ ਕਿ ਮੈਨੂੰ ਵੀ ਚੰਗੀ ਤਰ੍ਹਾਂ ਨਹੀਂ ਪਤਾ, ਪਰ ਕੁਝ ਅਜੀਬ ਕਹਾਣੀਆਂ ਸੁਣੀਆਂ ਹਨ। ਜੇਕਰ ਤੁਹਾਨੂੰ ਡਰ ਨਹੀਂ ਲੱਗਦਾ ਤਾਂ ਫਿਰ ਤੁਹਾਨੂੰ ਇੱਕ ਹਫ਼ਤੇ ਬਾਅਦ ਜਵਾਬ ਦਿੰਦਾ ਹਾਂ। ਮੈਂ ਕਿਹਾ ਕਿ ਨਹੀਂ, ਮੈਨੂੰ ਡਰ ਨਹੀਂ ਲੱਗਦਾ। ਤੁਸੀਂ ਰਹਿਣ ਦਾ ਇੰਤਜ਼ਾਮ ਕਰ ਦਿਓ। ਮੈਨੂੰ ਪੈਸਿਆਂ ਦੀ ਕੋਈ ਦਿੱਕਤ ਨਹੀਂ ਸੀ। ਉਹ ਵੀ ਖੁਸ਼ ਹੋ ਗਿਆ। ਅਤੇ ਜੇਕਰ ਅਜਿਹੀ ਗੱਲ ਸੀ ਤਾਂ ਫਿਰ ਜ਼ਿਆਦਾਤਰ ਲੋਕ ਤਾਂ ਅਜਿਹੀਆਂ ਥਾਵਾਂ 'ਤੇ ਰਹਿਣਾ ਪਸੰਦ ਨਹੀਂ ਕਰਦੇ ਹੋਣਗੇ। ਇਹੀ ਕਾਰਨ ਸੀ ਕਿ ਉਸਨੇ ਇੱਕ ਹਫ਼ਤੇ ਬਾਅਦ ਮੈਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਥਾਂ ਮਿਲ ਗਈ ਹੈ। ਜੋ ਫਲੈਟ ਮੈਨੂੰ ਦਿੱਤਾ ਗਿਆ ਸੀ ਉਹ ਉੱਪਰ ਵਾਲੀ ਮੰਜ਼ਿਲ 'ਤੇ ਸੀ। ਉਸਦੀ ਅਤੇ ਲਾਲ ਹਵੇਲੀ ਦੀ ਦੀਵਾਰ ਇੱਕ ਹੀ ਸੀ। ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੋ ਗਈ ਅਤੇ ਨਵੇਂ ਘਰ ਵਿੱਚ ਸ਼ਿਫਟ ਹੋ ਗਈ। ਉਹ ਆਦਮੀ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ ਕਿ ਇੱਕ ਤਾਂ ਇਸ ਅਣਜਾਣ ਸ਼ਹਿਰ ਵਿੱਚ ਇਕੱਲੀ ਕੁੜੀ ਅਤੇ ਉੱਪਰ ਤੋਂ ਰਹਿਣ ਲਈ ਅਜਿਹੀ ਥਾਂ ਚੁਣੀ ਹੈ। ਉਸਨੇ ਜਾਂਦੇ ਜਾਂਦੇ ਕਹਿ ਦਿੱਤਾ ਕਿ ਤੁਸੀਂ ਬਹੁਤ ਬਹਾਦਰ ਹੋ। ਮੈਂ ਜਵਾਬ ਨਹੀਂ ਦਿੱਤਾ ਅਤੇ ਆਪਣੇ ਕੰਮ ਵਿੱਚ ਬਿਜ਼ੀ ਹੋ ਗਈ ਅਤੇ ਇੱਥੇ ਰਹਿਣ ਲੱਗੀ। ਮੈਂ ਸਵੇਰੇ ਆਪਣੇ ਕੰਮ ਤੇ ਜਾਂਦੀ ਸੀ ਅਤੇ ਦੁਪਹਿਰ ਦਾ ਖਾਣਾ ਬਾਜ਼ਾਰ ਤੋਂ ਹੀ ਲੈ ਕੇ ਘਰ ਆ ਜਾਇਆ ਕਰਦੀ ਸੀ। ਉਸ ਤੋਂ ਬਾਅਦ ਘਰ ਵਿੱਚ ਆਪਣਾ ਕੰਮ ਕਰਦੀ ਸੀ ਅਤੇ ਰਾਤ ਨੂੰ ਵੀ ਦੇਰ ਨਾਲ ਹੀ ਸੌਂਦੀ ਸੀ। ਜਿਸ ਜਗ੍ਹਾ ਤੇ ਮੇਰਾ ਰਹਿਣ ਦਾ ਇੰਤਜ਼ਾਮ ਹੋਇਆ ਸੀ, ਇਹ ਇੱਕ ਕਿਰਾਏ ਦੇ ਫਲੈਟ ਵਾਲੀ ਬਿਲਡਿੰਗ ਸੀ। ਮੇਰਾ ਫਲੈਟ ਸਭ ਤੋਂ ਉੱਪਰ ਵਾਲਾ ਸੀ। ਇੱਥੇ ਹੋਰ ਵੀ ਲੋਕ ਰਹਿੰਦੇ ਸਨ। ਇੱਕ ਵਾਰ ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਆਹਟ ਮਹਿਸੂਸ ਹੋਈ ਅਤੇ ਮੇਰੇ ਕੋਲ ਇੱਕ ਔਰਤ ਆਈ। ਉਸਨੇ ਕਿਹਾ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ। ਤੁਸੀਂ ਇੱਥੇ ਨਵੇਂ ਆਏ ਹੋ। ਜੇਕਰ ਤੁਹਾਨੂੰ ਵੀ ਜ਼ਰੂਰਤ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਕਿਹਾ ਕਿ ਮੈਂ ਇਕੱਲੀ ਹੁੰਦੀ ਹਾਂ, ਇਸ ਲਈ ਜ਼ਿਆਦਾ ਕੰਮ ਨਹੀਂ ਹੈ, ਪਰ ਕਦੇ ਜ਼ਰੂਰਤ ਹੋਈ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਉਹ ਦੇਖਣ ਵਿੱਚ ਬਹੁਤ ਸਾਫ਼ ਸੁਥਰੀ ਸੀ, ਪਰ ਅਜੀਬ ਸੀ। ਥੋੜੀ ਡਰੀ ਹੋਈ ਲੱਗ ਰਹੀ ਸੀ। ਸ਼ਾਇਦ ਉਸਦੀ ਸ਼ਕਲ ਹੀ ਅਜਿਹੀ ਸੀ। ਪਰ ਮੈਂ ਇਹ ਗੱਲ ਮਹਿਸੂਸ ਕਰ ਲਈ ਕਿਉਂਕਿ ਮੈਂ ਲੋਕਾਂ ਨੂੰ ਜ਼ਿਆਦਾ ਹੀ ਗੌਰ ਨਾਲ ਦੇਖਿਆ ਕਰਦੀ ਸੀ। ਦਿਨ ਇਸੇ ਤਰ੍ਹਾਂ ਲੰਘਦੇ ਰਹੇ, ਜਦੋਂ ਇੱਕ ਰਾਤ ਕੁਝ ਬਹੁਤ ਅਜੀਬ ਹੋਇਆ। ਮੈਂ ਬੈਠੀ ਹੋਈ ਆਪਣਾ ਕੰਮ ਕਰ ਰਹੀ ਸੀ ਅਤੇ ਹਰ ਪਾਸੇ ਬਹੁਤ ਜ਼ਿਆਦਾ ਸ਼ਾਂਤੀ ਸੀ। ਉਸੇ ਵੇਲੇ ਮੈਨੂੰ ਕਿਸੇ ਦੇ ਚੀਕਣ ਦੀ ਆਵਾਜ਼ ਆਈ। ਅਜਿਹਾ ਲੱਗ ਰਿਹਾ ਸੀ ਕੋਈ ਉੱਚੀ ਉੱਚੀ ਚੀਕ ਰਿਹਾ ਹੈ ਅਤੇ ਰੋ ਵੀ ਰਿਹਾ ਹੈ, ਜਿਵੇਂ ਕੋਈ ਬੇਬਸ ਹੋ ਕੇ ਰੋ ਰਿਹਾ ਹੋਵੇ ਅਤੇ ਦਰਦ ਵਿੱਚ ਕਿਸੇ ਨੂੰ ਬੁਲਾ ਰਿਹਾ ਹੋਵੇ। ਪਹਿਲਾਂ ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਹੈ। ਮੈਂ ਦੇਖਿਆ ਦੂਜੇ ਕਮਰੇ ਵਿੱਚ ਟੀਵੀ ਬੰਦ ਸੀ ਅਤੇ ਮੇਰੇ ਮੋਬਾਈਲ ਉੱਤੇ ਵੀ ਅਜਿਹੀ ਕੋਈ ਘੰਟੀ ਨਹੀਂ ਲੱਗੀ ਹੋਈ ਸੀ। ਮੈਂ ਆਪਣੇ ਲੈਪਟਾਪ 'ਤੇ ਕੰਮ ਕਰ ਰਹੀ ਸੀ, ਪਰ ਫਿਰ ਮੈਨੂੰ ਮਹਿਸੂਸ ਹੋਇਆ ਕਿ ਇਹ ਆਵਾਜ਼ ਨੇੜੇ ਤੋਂ ਹੀ ਆ ਰਹੀ ਹੈ। ਕਹਿੰਦੇ ਹਨ ਕਿ ਜੇਕਰ ਤੁਸੀਂ ਇਕੱਲੇ ਬੈਠੇ ਹੋਵੋ ਅਤੇ ਨੇੜੇ ਤੇੜੇ ਬਹੁਤ ਚੁੱਪ-ਚੈਨ ਹੋਵੇ ਜਾਂ ਫਿਰ ਲਾਈਟ ਜਾ ਚੁੱਕੀ ਹੋਵੇ ਅਤੇ ਹਨੇਰਾ ਹੋਵੇ ਤਾਂ ਤੁਹਾਡੇ ਕੰਨ ਬਹੁਤ ਜ਼ਿਆਦਾ ਤੇਜ਼ ਹੋ ਜਾਂਦੇ ਹਨ ਅਤੇ ਤੁਸੀਂ ਉਹਨਾਂ ਆਵਾਜ਼ਾਂ ਨੂੰ ਵੀ ਸੁਣ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਨਹੀਂ ਸੁਣ ਸਕਦੇ, ਜਿਵੇਂ ਕਿ ਘੜੀ ਦੀਆਂ ਸੂਈਆਂ ਦੀ ਟਿਕ-ਟਿਕ, ਜੋ ਸਾਨੂੰ ਸਾਰਾ ਦਿਨ ਸੁਣਾਈ ਨਹੀਂ ਦਿੰਦੀ, ਪਰ ਰਾਤ ਦੇ ਵੇਲੇ ਸਾਨੂੰ ਬਿਲਕੁਲ ਸਾਫ਼ ਸੁਣਦੀ ਹੈ। ਇਸੇ ਤਰ੍ਹਾਂ ਹੀ ਇਹ ਆਵਾਜ਼ਾਂ ਵੀ ਸਨ। ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਆਵਾਜ਼ ਹਵੇਲੀ ਵਿੱਚੋਂ ਆ ਰਹੀ ਸੀ, ਕਿਉਂਕਿ ਜਦੋਂ ਮੈਂ ਉਸ ਕੰਧ ਦੇ ਕੋਲ ਗਈ ਤਾਂ ਆਵਾਜ਼ ਹੋਰ ਜ਼ਿਆਦਾ ਤੇਜ਼ ਹੋਣ ਲੱਗੀ। ਪਰ ਸਭ ਦਾ ਇਹ ਕਹਿਣਾ ਸੀ ਕਿ ਇਸ ਹਵੇਲੀ ਵਿੱਚ ਸਿਰਫ ਇੱਕ ਹੀ ਆਦਮੀ ਰਹਿੰਦਾ ਹੈ ਅਤੇ ਉਸ ਦਾ ਕੋਈ ਪਰਿਵਾਰ ਨਹੀਂ ਹੈ। ਤਾਂ ਫਿਰ ਇਹ ਆਵਾਜ਼ਾਂ ਕਿਸ ਦੀਆਂ ਸਨ? ਹੋ ਸਕਦਾ ਹੈ ਕਿ ਉਹ ਟੀਵੀ 'ਤੇ ਕੋਈ ਚੀਜ਼ ਵੇਖ ਰਿਹਾ ਹੋਵੇ, ਪਰ ਜਦੋਂ ਅਸੀਂ ਟੀਵੀ 'ਤੇ ਕੁਝ ਦੇਖ ਰਹੇ ਹੁੰਦੇ ਹਾਂ ਤਾਂ ਸਿਰਫ ਆਵਾਜ਼ ਹੀ ਨਹੀਂ ਆਉਂਦੀ, ਬਲਕਿ ਉਸ ਦੇ ਨਾਲ ਮਿਊਜ਼ਿਕ ਦੀ ਆਵਾਜ਼ ਵੀ ਆਉਂਦੀ ਹੈ, ਜੋ ਕਿਸੇ ਵੀ ਫਿਲਮ ਜਾਂ ਡਰਾਮੇ ਦਾ ਇੱਕ ਹਿੱਸਾ ਹੁੰਦਾ ਹੈ ਅਤੇ ਉਸ ਤੋਂ ਬਗੈਰ ਫਿਲਮ ਜਾਂ ਡਰਾਮਾ ਨਹੀਂ ਬਣਾਇਆ ਜਾਂਦਾ। ਪਰ ਇੱਥੇ ਸਿਰਫ ਆਵਾਜ਼ ਆ ਰਹੀ ਸੀ। ਮਿਊਜ਼ਿਕ ਦੀ ਆਵਾਜ਼ ਬਿਲਕੁਲ ਵੀ ਨਹੀਂ ਆ ਰਹੀ ਸੀ ਅਤੇ ਆਦਮੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਕਿਸੇ ਫਿਲਮ ਜਾਂ ਡਰਾਮੇ ਦੀ ਆਵਾਜ਼ ਹੈ
ਜਾਂ ਅਸਲ ਇਨਸਾਨ ਦੀ। ਮੈਂ ਕਿਹੜਾ ਕੋਈ ਛੋਟੀ ਬੱਚੀ ਸੀ। ਥੋੜ੍ਹੀ ਦੇਰ ਬਾਅਦ ਆਵਾਜ਼ ਆਉਣੀ ਬੰਦ ਹੋ ਗਈ। ਮੈਂ ਵੀ ਉਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪਰ ਅਗਲੇ ਦਿਨ ਫੇਰ ਮੈਂ ਆਵਾਜ਼ ਸੁਣੀ। ਇਹ ਆਵਾਜ਼ ਇੱਕ ਖਾਸ ਸਮੇਂ 'ਤੇ ਹੀ ਆਉਂਦੀ ਸੀ। ਮੇਰੇ ਦਿਮਾਗ ਵਿੱਚ ਪ੍ਰਾਪਰਟੀ ਡੀਲਰ ਦੀ ਗੱਲ ਆਈ। ਉਹ ਕਹਿ ਰਿਹਾ ਸੀ ਕਿ ਇੱਥੇ ਤਾਂ ਕੋਈ ਵੀ ਰਹਿਣਾ ਪਸੰਦ ਨਹੀਂ ਕਰਦਾ, ਪਰ ਅਜਿਹੀ ਜਗ੍ਹਾ 'ਤੇ ਕਿਉਂ ਕੋਈ ਰਹਿਣਾ ਪਸੰਦ ਨਹੀਂ ਕਰੇਗਾ। ਜਿਸ ਫਲੈਟ ਵਾਲੀ ਬਿਲਡਿੰਗ ਵਿੱਚ ਮੈਂ ਰਹਿੰਦੀ ਸੀ, ਉਸ ਵਿੱਚ ਉਂਝ ਤਾਂ 7 ਫਲੈਟ ਸਨ, ਪਰ ਸਿਰਫ 3 ਵਿੱਚ ਹੀ ਲੋਕ ਰਹਿੰਦੇ ਸਨ, ਅਤੇ ਉਹ ਵੀ ਸ਼ਾਇਦ ਮਜਬੂਰੀ ਵਿੱਚ ਹੀ ਰਹਿੰਦੇ ਸਨ। ਨੀਚੇ ਇੱਕ ਆਦਮੀ ਰਹਿੰਦਾ ਸੀ ਜਿਸ ਦਾ ਵਿਆਹ ਨਹੀਂ ਹੋਇਆ ਸੀ, ਅਤੇ ਇੱਕ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦਾ ਛੋਟਾ ਜਿਹਾ ਬੱਚਾ ਸੀ, ਅਤੇ ਉਹਨਾਂ ਦੇ ਘਰ ਵਿੱਚੋਂ ਵੀ ਕੋਈ ਆਵਾਜ਼ ਨਹੀਂ ਆਉਂਦੀ ਸੀ। ਬੱਚਾ ਹੋਣ ਦੇ ਬਾਵਜੂਦ ਵੀ ਉਸ ਘਰ ਵਿੱਚੋਂ ਰੌਲਾ ਪੈਣ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਸਨ। ਮੈਂ ਸਵੇਰੇ ਨੀਚੇ ਉਤਰੀ ਤਾਂ ਉਹੀ ਔਰਤ ਨੂੰ ਮਿਲੀ ਜੋ ਸਮਾਨ ਲੈ ਕੇ ਉੱਪਰ ਆ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਰਹਿਣ ਲਈ ਆਏ ਹੋ? ਮੈਂ ਕਿਹਾ ਹਾਂਜੀ। ਉਸਨੇ ਕਿਹਾ ਕਿ ਇਕੱਲੇ ਰਹਿੰਦੇ ਹੋ? ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ ਨਹੀਂ, ਬਸ ਇੰਨੀ ਗੱਲ ਹੋਈ। ਅਤੇ ਫਿਰ ਉਸਨੇ ਕਿਹਾ ਕਿ ਕਿਸੇ ਦਿਨ ਚਾਹ ਪੀਣ ਲਈ ਮੇਰੇ ਘਰ ਜ਼ਰੂਰ ਆਉਣਾ। ਮੈਂ ਕਿਹਾ ਜ਼ਰੂਰ ਆਵਾਂਗੀ। ਉਸਨੇ ਇਹ ਸਭ ਕੁਝ ਇਸੇ ਤਰ੍ਹਾਂ ਪੁੱਛਿਆ ਸੀ ਜਿਵੇਂ ਆਮ ਲੋਕ ਪੁੱਛਦੇ ਹਨ। ਫਿਰ ਉਹ ਆਪਣੇ ਘਰ ਵੱਲ ਚਲੀ ਗਈ ਤੇ ਮੈਂ ਆਪਣੇ ਕੰਮ ਤੇ ਚਲੀ ਗਈ। ਅਗਲੇ ਦਿਨ ਫੇਰ ਆਵਾਜ਼ਾਂ ਆਉਣ ਲੱਗੀਆਂ। ਕਈ ਵਾਰ ਤਾਂ ਮੈਂ ਬਹੁਤ ਧਿਆਨ ਨਾਲ ਗੌਰ ਕੀਤਾ, ਇਹ ਕਿਸੇ ਕੁੜੀ ਦੀਆਂ ਆਵਾਜ਼ਾਂ ਸਨ। ਮੇਰਾ ਕੰਮ ਅਜਿਹਾ ਸੀ ਕਿ ਮੈਨੂੰ ਇਕੱਲੇ ਹੀ ਆਉਣਾ ਜਾਣਾ ਪੈਂਦਾ ਸੀ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਨੀ ਪੈਂਦੀ ਸੀ। ਆਪਣੇ ਕੰਮ ਦੇ ਸਿਲਸਿਲੇ ਵਿੱਚ ਵੀ ਮੈਂ ਪੂਰਾ ਦਿਨ ਪਤਾ ਨਹੀਂ ਕਿੰਨੇ ਗੈਰ ਲੋਕਾਂ ਨਾਲ ਗੱਲਬਾਤ ਕਰਦੀ ਸੀ। ਨੀਚੇ ਇੱਕ ਦੁਕਾਨ ਵਾਲਾ ਸੀ ਜਿਸ ਤੋਂ ਮੈਂ ਨਾਸ਼ਤੇ ਦਾ ਸਮਾਨ ਵਗੈਰਾ ਲੈਂਦੀ ਸੀ। ਮੈਂ ਉਸ ਨੂੰ ਪੁੱਛਿਆ ਕਿ ਇਸ ਹਵੇਲੀ ਵਿੱਚੋਂ ਕੁਝ ਅਜੀਬੋ-ਗਰੀਬ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਹਨ। ਕੀ ਤੁਹਾਨੂੰ ਇਸ ਬਾਰੇ ਵਿੱਚ ਕੁਝ ਪਤਾ ਹੈ? ਉਸਨੇ ਕਿਹਾ ਕਿ ਹਾਂਜੀ, ਇੱਧਰ ਤੋਂ ਹੀ ਆਵਾਜ਼ਾਂ ਆਉਂਦੀਆਂ ਹਨ। ਇਸ ਬਾਰੇ ਵਿੱਚ ਤਾਂ ਸਭ ਨੂੰ ਪਤਾ ਹੈ। ਕੁੜੀਆਂ ਦੀਆਂ ਆਵਾਜ਼ਾਂ ਹੁੰਦੀਆਂ ਹਨ, ਜਿਵੇਂ ਕੁੜੀਆਂ ਚੀਕ ਰਹੀਆਂ ਹੋਣ। ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ ਤੁਸੀਂ ਕਿੰਨੀ ਆਸਾਨੀ ਨਾਲ ਕਹਿ ਰਹੇ ਹੋ ਕਿ ਅੱਗੇ ਵੀ ਅਜਿਹਾ ਹੁੰਦਾ ਹੈ। ਤਾਂ ਉਸਨੇ ਕਿਹਾ ਕਿ ਹਮੇਸ਼ਾ ਤੋਂ ਅਜਿਹਾ ਹੀ ਹੁੰਦਾ ਹੈ। ਮੈਂ ਕਿਹਾ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੰਦਰ ਕੀ ਹੋ ਰਿਹਾ ਹੈ। ਇਸ ਗੱਲ ਤੇ ਉਹ ਹੱਸਣ ਲੱਗਿਆ। ਉਸਨੇ ਕਿਹਾ ਕਿ ਇੱਥੇ ਇੰਨਾ ਬਹਾਦਰ ਕੋਈ ਨਹੀਂ ਹੈ ਮੈਡਮ ਕਿ ਅੰਦਰ ਜਾ ਕੇ ਪਤਾ ਕਰੇ। ਮੈਂ ਕਿਹਾ ਕਿ ਇਸ ਵਿੱਚ ਬਹਾਦਰੀ ਦੀ ਕੀ ਗੱਲ ਹੈ? ਇਹ ਤਾਂ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕਿਸੇ ਦੇ ਘਰ ਵਿੱਚ ਕੋਈ ਚੀਕਣ ਦੀ ਆਵਾਜ਼ ਆ ਰਹੀ ਹੈ ਤਾਂ ਹੋ ਸਕਦਾ ਹੈ ਕਿ ਉਹ ਕਿਸੇ ਮੁਸ਼ਕਿਲ ਵਿੱਚ ਹੋਵੇ। ਦੁਕਾਨ ਵਾਲੇ ਨੇ ਕਿਹਾ ਕਿ ਭਲਾ ਭੂਤ ਪ੍ਰੇਤ ਵੀ ਕਿਸੇ ਮੁਸ਼ਕਿਲ ਵਿੱਚ ਹੋ ਸਕਦੇ ਹਨ? ਉਹ ਤਾਂ ਖੁਦ ਦੂਜਿਆਂ ਨੂੰ ਮੁਸ਼ਕਿਲ ਵਿੱਚ ਪਾ ਦਿੰਦੇ ਹਨ। ਮੈਂ ਕਿਹਾ ਕਿ ਇਸ ਦਾ ਕੀ ਮਤਲਬ ਹੈ? ਤਾਂ ਉਸਨੇ ਕਿਹਾ ਕਿ ਇਸ ਹਵੇਲੀ ਵਿੱਚ ਭੂਤ ਪ੍ਰੇਤ ਰਹਿੰਦੇ ਹਨ, ਇਸ ਲਈ ਤਾਂ ਇੱਥੋਂ ਅਜਿਹੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਇੱਥੇ ਕੋਈ ਵੀ ਅੰਦਰ ਨਹੀਂ ਜਾਂਦਾ। ਰਾਤ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਇੱਥੇ ਤਾਂ ਦਿਨ ਵਿੱਚ ਵੀ ਕੋਈ ਅੰਦਰ ਨਹੀਂ ਜਾਂਦਾ। ਅਤੇ ਮੈਂ ਕਿਹਾ ਕਿ ਜੋ ਆਦਮੀ ਅੰਦਰ ਰਹਿੰਦਾ ਹੈ, ਫਿਰ ਉਹ ਕੀ ਉਸ ਨੂੰ ਡਰ ਨਹੀਂ ਲੱਗਦਾ? ਦੁਕਾਨਦਾਰ ਨੇ ਕਿਹਾ ਕਿ ਉਹ ਤਾਂ ਦਿਮਾਗੀ ਤੌਰ ਤੇ ਬਿਮਾਰ ਹੈ ਅਤੇ ਉਸ ਨੂੰ ਕੀ ਪਤਾ। ਇੱਕ ਇਨਸਾਨ ਨੂੰ ਆਪਣੇ ਆਪ ਦਾ ਹੋਸ਼ ਨਹੀਂ ਹੈ ਤਾਂ ਉਸ ਨੂੰ ਇਸ ਗੱਲ ਦਾ ਕੀ ਪਤਾ ਹੋਵੇਗਾ ਕਿ ਕੌਣ ਇਨਸਾਨ ਹੈ ਅਤੇ ਕੌਣ ਭੂਤ। ਉਸ ਦਾ ਖਾਨਦਾਨ ਤਾਂ ਸਦੀਆਂ ਤੋਂ ਇੱਥੇ ਰਹਿੰਦਾ ਹੈ। ਪਹਿਲਾਂ ਉਸ ਦਾ ਬਹੁਤ ਵੱਡਾ ਪਰਿਵਾਰ ਸੀ ਜੋ ਇਸ ਹਵੇਲੀ ਵਿੱਚ ਰਹਿੰਦਾ ਹੈ। ਸਭ ਲੋਕ ਮਰਨ ਲੱਗੇ ਅਤੇ ਫਿਰ ਉਸਨੇ ਕਿਸੇ ਨਾਲ ਵਿਆਹ ਨਹੀਂ ਕੀਤਾ, ਇਸ ਲਈ ਉਹ ਇਕੱਲਾ ਰਹਿੰਦਾ ਹੈ। ਜਦੋਂ ਉਹ ਮਰ ਜਾਵੇਗਾ ਤਾਂ ਉਸਦੇ ਖਾਨਦਾਨ ਦਾ ਵੀ ਨਾਮੋ ਨਿਸ਼ਾਨ ਮਿਟ ਜਾਵੇਗਾ। ਉਸਦਾ ਕਹਿਣਾ ਸੀ ਕਿ ਇਸ ਹਵੇਲੀ ਨਾਲ ਪਤਾ ਨਹੀਂ ਕਿੰਨੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਕੋਈ ਕੁਝ ਕਹਿੰਦਾ ਹੈ ਤਾਂ ਕੋਈ ਕੁਝ ਕਹਿੰਦਾ ਹੈ। ਮੈਂ ਸੋਚਾਂ ਵਿੱਚ ਪੈ ਗਈ। ਮੈਂ ਆਪਣਾ ਸਮਾਨ ਚੁੱਕਿਆ ਅਤੇ ਉਸਨੂੰ ਪੈਸੇ ਦਿੱਤੇ। ਮੈਂ ਉਸਨੂੰ ਕਿਹਾ ਕਿ ਮੈਂ ਸਾਰੀਆਂ ਕਹਾਣੀਆਂ ਸੁਣਨਾ ਚਾਹੁੰਦੀ ਹਾਂ। ਉਹ ਹੈਰਾਨ ਹੋਇਆ, ਪਰ ਮੈਂ ਉੱਥੋਂ ਵਾਪਸ ਆ ਗਈ। ਹੁਣ ਜੇਕਰ ਕਿਸੇ ਗੱਲ ਬਾਰੇ ਜਾਂ ਕਿਸੇ ਜਗ੍ਹਾ ਦੇ ਬਾਰੇ ਤੁਸੀਂ ਪਤਾ ਕਰਨਾ ਹੋਵੇ ਤਾਂ ਸਭ ਤੋਂ ਜ਼ਿਆਦਾ ਭਰੋਸੇਮੰਦ ਦੁਕਾਨ ਵਾਲੇ ਹੀ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਪੂਰੇ ਮੁਹੱਲੇ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ। ਹਰ ਘਰ ਦੀ ਕਹਾਣੀ ਉਹਨਾਂ ਕੋਲ ਹੁੰਦੀ ਹੈ ਅਤੇ ਮੈਨੂੰ ਉਸ ਹਵੇਲੀ ਦੇ ਬਾਰੇ ਵਿੱਚ ਸਭ ਕੁਝ ਪਤਾ ਕਰਨਾ ਸੀ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ। ਮੈਨੂੰ ਆਵਾਜ਼ਾਂ ਆ ਰਹੀਆਂ ਸਨ ਪਰ ਸਮਝ ਨਹੀਂ ਆ ਰਿਹਾ ਸੀ, ਇਸ ਲਈ ਸ਼ਾਇਦ ਇੱਥੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਸੀ ਕਿ ਇੱਥੇ ਤਾਂ ਭੂਤ ਪ੍ਰੇਤ ਦਾ ਪਰਛਾਵਾਂ ਹੈ। ਇੱਕ ਦਿਨ ਮੈਂ ਘਰ ਵਿੱਚ ਇਕੱਲੀ ਸੀ ਜਦੋਂ ਉਹ ਫਲੈਟ ਵਿੱਚ ਰਹਿਣ ਵਾਲੀ ਔਰਤ ਮੇਰੇ ਕੋਲ ਆਈ। ਉਸਦਾ ਨਾਮ ਮੀਨਾ ਸੀ। ਉਸਨੇ ਕਿਹਾ ਮੈਨੂੰ ਥੋੜੀ ਜਿਹੀ ਚੀਨੀ ਚਾਹੀਦੀ ਹੈ, ਤਾਂ ਮੈਂ ਉਸਨੂੰ ਚੀਨੀ ਦੇ ਦਿੱਤੀ। ਇਸ ਤਰ੍ਹਾਂ ਸਾਡੀ ਗੱਲਬਾਤ ਹੋ ਗਈ। ਫਿਰ ਉਸਨੇ ਕਿਹਾ ਕਿ ਮੈਂ ਖੀਰ ਬਣਾਉਣ ਲੱਗੀ ਸੀ
ਤੁਹਾਡੇ ਲਈ ਵੀ ਲੈ ਕੇ ਆਵਾਂਗੀ। ਇਸ ਤਰ੍ਹਾਂ ਸਾਡੀ ਗੱਲਬਾਤ ਹੋਣ ਲੱਗੀ ਅਤੇ ਇੱਕ ਦਿਨ ਮੈਂ ਉਹਨਾਂ ਦੇ ਘਰ ਚਲੀ ਗਈ। ਉਸ ਦਾ ਪਤੀ ਘਰ ਵਿੱਚ ਨਹੀਂ ਸੀ। ਉਸਨੇ ਕਿਹਾ ਕਿ ਉਹ ਰਾਤ ਨੂੰ ਦੇਰ ਨਾਲ ਆਉਂਦਾ ਹੈ ਅਤੇ ਉਸ ਦਾ ਬੱਚਾ ਵੀ ਸੌਂ ਰਿਹਾ ਸੀ। ਉਸਨੇ ਮੇਰੇ ਲਈ ਚਾਹ ਬਣਾਈ। ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਮੈਂ ਕਿਹਾ ਕਿ ਇਸ ਹਵੇਲੀ ਵਿੱਚੋਂ ਆਵਾਜ਼ਾਂ ਆਉਂਦੀਆਂ ਹਨ, ਤੁਹਾਨੂੰ ਇਸ ਬਾਰੇ ਵਿੱਚ ਪਤਾ ਹੈ? ਉਸਨੇ ਕਿਹਾ ਕਿ ਸਭ ਨੂੰ ਪਤਾ ਹੈ, ਅਸੀਂ ਵੀ ਸੁਣਦੇ ਹਾਂ। ਮੈਂ ਕਿਹਾ ਕਿ ਕਦੋਂ ਤੋਂ ਸੁਣ ਰਹੇ ਹੋ? ਉਸਨੇ ਕਿਹਾ ਕਿ ਮੈਨੂੰ ਤਾਂ ਇੱਥੇ ਆਏ ਹੋਏ 1 ਸਾਲ ਹੋ ਗਿਆ ਹੈ, ਤਾਂ 1 ਸਾਲ ਤੋਂ ਹੀ ਸੁਣ ਰਹੀ ਹਾਂ। ਸ਼ੁਰੂ ਵਿੱਚ ਮੈਨੂੰ ਬਹੁਤ ਡਰ ਲੱਗਦਾ ਸੀ ਅਤੇ ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਇੱਥੇ ਰਹਿਣਾ ਠੀਕ ਨਹੀਂ, ਪਰ ਮੇਰੇ ਪਤੀ ਦਾ ਦਫ਼ਤਰ ਇੱਥੋਂ ਨੇੜੇ ਹੈ। ਜੇਕਰ ਅਸੀਂ ਕਿਸੇ ਹੋਰ ਇਲਾਕੇ ਵਿੱਚ ਜਾਂਦੇ ਹਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਿਰਾਇਆ ਦੇਣਾ ਪਵੇਗਾ। ਮੇਰੇ ਮਾਂ-ਬਾਪ ਦਾ ਘਰ ਵੀ ਨੇੜੇ ਹੈ, ਪਰ ਮੈਨੂੰ ਕਦੇ-ਕਦੇ ਬਹੁਤ ਡਰ ਲੱਗਦਾ ਹੈ। ਮੈਂ ਆਪਣੇ ਪਤੀ ਨੂੰ ਕਹਿੰਦੀ ਹਾਂ ਕਿ ਹਾਲੇ ਤਾਂ ਬੱਚਾ ਛੋਟਾ ਹੈ, ਪਰ ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਉਹ ਵੀ ਡਰਨ ਲੱਗੇਗਾ। ਮੈਂ ਕਿਹਾ ਕਿ ਕਦੇ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੇ ਕਿਹਾ ਕਿ ਸ਼ੁਰੂ ਵਿੱਚ ਜਦੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ ਤਾਂ ਲੋਕ ਸਮਝ ਰਹੇ ਸਨ ਕਿ ਸ਼ਾਇਦ ਅੰਦਰ ਕੋਈ ਇਨਸਾਨ ਹੈ ਜਿਸ ਦੇ ਨਾਲ ਜ਼ੁਲਮ ਹੋ ਰਿਹਾ ਹੈ, ਅਤੇ ਕੁਝ ਲੋਕ ਵੀ ਅੰਦਰ ਗਏ ਸਨ। ਪਰ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦੀ ਹਾਲਤ ਅਜਿਹੀ ਸੀ ਜਿਵੇਂ ਉਹਨਾਂ ਨੂੰ ਕੋਈ ਸੱਪ ਸੁੰਘ ਗਿਆ ਹੋਵੇ। ਉਹ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰ ਰਹੇ ਸਨ, ਕੋਈ ਜਵਾਬ ਨਹੀਂ ਦੇ ਰਹੇ ਸਨ, ਅਜੀਬ ਤਰੀਕੇ ਨਾਲ ਪੇਸ਼ ਆ ਰਹੇ ਸਨ। ਪਤਾ ਨਹੀਂ, ਬਸ ਹਵਾ ਵਿੱਚ ਹੀ ਕਿਸੇ ਨਿਸ਼ਾਨ ਨੂੰ ਘੂਰਦੇ ਜਾ ਰਹੇ ਸਨ। ਉਸ ਤੋਂ ਬਾਅਦ ਵੀ ਉਹਨਾਂ ਲੋਕਾਂ ਦੀ ਹਾਲਤ ਬਹੁਤ ਦੇਰ ਤੱਕ ਇਸੇ ਤਰ੍ਹਾਂ ਹੀ ਖਰਾਬ ਰਹੀ ਅਤੇ ਫਿਰ ਹੌਲੀ-ਹੌਲੀ ਉਹ ਨਾਰਮਲ ਹੋ ਗਏ। ਉਹ ਕਿਤੇ ਗਾਇਬ ਹੋ ਗਏ। ਹਾਲੇ ਵੀ ਉਹਨਾਂ ਵਿੱਚੋਂ ਇੱਕ ਆਦਮੀ ਹੈ ਜੋ ਅੱਜ ਵੀ ਬੋਲਦਾ ਨਹੀਂ ਹੈ ਅਤੇ ਉਸ ਦੀ ਮਾਂ ਕਹਿੰਦੀ ਹੈ ਕਿ ਇਸ ਹਵੇਲੀ ਵਿੱਚ ਮੇਰਾ ਮੁੰਡਾ ਗਿਆ ਸੀ ਅਤੇ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਮੈਂ ਉਸ ਦੇ ਬਾਰੇ ਵਿੱਚ ਸੁਣਿਆ ਅਤੇ ਪੁੱਛਿਆ ਕਿ ਅੱਛਾ ਕੌਣ ਹੈ, ਕਿ ਤੁਸੀਂ ਮੈਨੂੰ ਉਸ ਦੇ ਬਾਰੇ ਵਿੱਚ ਦੱਸ ਸਕਦੇ ਹੋ? ਉਸਨੇ ਕਿਹਾ ਕਿ ਤੁਸੀਂ ਇੱਥੇ ਤੋਂ ਇਸ ਪਾਸੇ ਵੱਲ ਜਾਓ, ਇੱਕ ਕਾਲੇ ਰੰਗ ਦਾ ਗੇਟ ਹੈ, ਉੱਥੇ ਹੀ ਉਸ ਆਦਮੀ ਦਾ ਘਰ ਹੈ। ਉਸ ਦੀ ਪਤਨੀ ਹੈ, ਮਾਂ ਵੀ ਹੈ, ਪਰ ਉਹ ਕੁਝ ਵੀ ਨਹੀਂ ਬੋਲਦਾ ਹੈ। ਮੈਂ ਕਿਹਾ ਠੀਕ ਹੈ। ਉਸਨੇ ਕਿਹਾ ਕਿ ਤੁਸੀਂ ਉਸਦੇ ਘਰ ਕਿਉਂ ਜਾਣਾ ਚਾਹੁੰਦੇ ਹੋ? ਮੈਂ ਕਿਹਾ ਕਿ ਨਹੀਂ, ਮੈਂ ਘਰ ਨਹੀਂ ਜਾਣਾ ਹੈ, ਮੈਂ ਤਾਂ ਉਂਝ ਹੀ ਪੁੱਛ ਰਹੀ ਸੀ, ਪਰ ਮੈਂ ਅਸਲ ਵਿੱਚ ਉਸਦੇ ਘਰ ਜਾਣਾ ਸੀ। ਮੈਂ ਸੋਚਿਆ ਸੀ ਕਿ ਜਾ ਕੇ ਪਤਾ ਕਰਾਂਗੀ ਕਿ ਆਖਰ ਉਸਨੇ ਹਵੇਲੀ ਵਿੱਚ ਅਜਿਹਾ ਕੀ ਦੇਖਿਆ ਸੀ ਕਿ ਉਹ ਇਸ ਹਾਲਤ ਵਿੱਚ ਚਲਾ ਗਿਆ। ਉਸਦੇ ਘਰ ਦੇ ਸਾਹਮਣੇ ਛੋਟੀ ਜਿਹੀ ਦੁਕਾਨ ਸੀ। ਮੈਂ ਉਸ ਦੁਕਾਨ ਵਾਲੇ ਨੂੰ ਪੁੱਛਿਆ ਕਿ ਇਹ ਉਹੀ ਆਦਮੀ ਹੈ ਜੋ ਲਾਲ ਹਵੇਲੀ ਵਿੱਚ ਗਿਆ ਸੀ? ਉਸਨੇ ਕਿਹਾ ਕਿ ਹਾਂ, ਇਹ ਉਹੀ ਆਦਮੀ ਹੈ ਅਤੇ ਇਹ ਪਾਗਲ ਹੋ ਗਿਆ ਹੈ। ਮੈਂ ਘਰ ਦੇ ਅੰਦਰ ਗਈ। ਮੈਂ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਉਸਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਮੈਂ ਆਪਣੇ ਬਾਰੇ ਵਿੱਚ ਦੱਸਿਆ ਅਤੇ ਕਿਹਾ, ਮੈਂ ਤੁਹਾਡੇ ਬੇਟੇ ਦੇ ਬਾਰੇ ਵਿੱਚ ਗੱਲ ਕਰਨੀ ਹੈ। ਔਰਤ ਨੇ ਕਿਹਾ ਕਿ ਆ ਜਾਓ। ਜਦੋਂ ਮੈਂ ਘਰ ਦੇ ਅੰਦਰ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ। ਉਹਨਾਂ ਦੇ ਘਰ ਵਿੱਚ ਤਾਂ ਰੱਬ ਦਾ ਦਿੱਤਾ ਹੋਇਆ ਸਭ ਕੁਝ ਸੀ, ਪਰ ਮੈਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਉਹਨਾਂ ਦਾ ਇੱਕ ਹੀ ਮੁੰਡਾ ਸੀ ਅਤੇ ਉਹ ਵੀ ਪਾਗਲ ਹੋ ਗਿਆ ਸੀ। ਫਿਰ ਇੰਨਾ ਕੁਝ ਕਿਸਨੇ ਬਣਾਇਆ ਹੋਵੇਗਾ? ਹੋ ਸਕਦਾ ਹੈ ਇਹ ਸ਼ੁਰੂ ਤੋਂ ਹੀ ਅਮੀਰ ਹੋਣ। ਵੈਸੇ ਇਹ ਮੁਹੱਲਾ ਸ਼ਹਿਰ ਤੋਂ ਕਾਫੀ ਅੰਦਰ ਸੀ ਅਤੇ ਇੱਥੇ ਸਭ ਦੇ ਛੋਟੇ-ਛੋਟੇ ਘਰ ਹੀ ਸਨ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਦਿੱਲੀ ਸ਼ਹਿਰ ਦੇ ਕਿਸੇ ਪੁਰਾਣੇ ਜ਼ਮਾਨੇ ਦੇ ਬਣੇ ਘਰ ਵਰਗਾ ਮਾਹੌਲ ਹੈ। ਭੀੜ-ਭਾੜ ਵਾਲੇ ਇਲਾਕਿਆਂ ਅਤੇ ਪੁਰਾਣੇ ਬਾਜ਼ਾਰ ਵਿੱਚ ਲੋਕਾਂ ਦੇ ਘਰ ਵੱਡੇ-ਵੱਡੇ ਨਹੀਂ ਹੁੰਦੇ। ਉੱਥੇ ਕੋਠੀਆਂ ਨਹੀਂ ਹੁੰਦੀਆਂ ਹਨ, ਛੋਟੇ-ਛੋਟੇ ਘਰ ਹੁੰਦੇ ਹਨ, ਕਿਉਂਕਿ ਬਾਜ਼ਾਰ ਵੀ ਹੁੰਦਾ ਹੈ। ਬਲਕਿ ਅਜਿਹਾ ਵੀ ਹੁੰਦਾ ਹੈ ਕਿ ਨੀਚੇ ਦੁਕਾਨ ਅਤੇ ਉੱਪਰ ਘਰ ਹੁੰਦੇ ਹਨ। ਅੰਦਰ ਗਈ ਤਾਂ ਮੈਂ ਦੇਖਿਆ ਕਿ ਉਸਦਾ ਇੱਕ ਮੁੰਡਾ ਸੀ ਜੋ ਹੱਥ ਵਿੱਚ ਐਪਲ ਕੰਪਨੀ ਦਾ ਟੈਬਲੇਟ ਫੜ ਕੇ ਬੈਠਾ ਸੀ। ਉਹਨਾਂ ਦੇ ਘਰ ਵਿੱਚ ਬਾਹਰ ਵਾਲੇ ਕਮਰੇ ਵਿੱਚ ਏਸੀ ਲੱਗਿਆ ਹੋਇਆ ਸੀ। ਉਸ ਮੁੰਡੇ ਨੂੰ ਵੀ ਮੈਂ ਦੂਰ ਤੋਂ ਹੀ ਦੇਖਿਆ। ਉਹ ਆਪਣੇ ਕਮਰੇ ਵਿੱਚ ਬੈਠਾ ਸੀ ਅਤੇ ਸਾਹਮਣੇ ਕੰਧ ਵੱਲ ਦੇਖ ਰਿਹਾ ਸੀ। ਨਾ ਹਿੱਲ ਰਿਹਾ ਸੀ, ਨਾ ਹੀ ਕੋਈ ਗੱਲ ਕਰ ਰਿਹਾ ਸੀ। ਉਸ ਦੀ ਪਤਨੀ ਨੂੰ ਦੇਖਿਆ ਤਾਂ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੀ ਸੀ ਅਤੇ ਇਹ ਇੱਕ ਨਾਰਮਲ ਘਰ ਸੀ। ਮੈਂ ਉਸ ਦੀ ਮਾਂ ਨੂੰ ਪੁੱਛਿਆ ਕਿ ਤੁਹਾਡੇ ਬੇਟੇ ਨਾਲ ਕੀ ਹੋਇਆ ਸੀ? ਉਸਨੇ ਕਿਹਾ ਕਿ ਮੇਰਾ ਬੇਟਾ ਬਹੁਤ ਬਹਾਦਰ ਸੀ, ਬਹੁਤ ਜ਼ਿਆਦਾ ਕਮਾਈ ਕਰਦਾ ਸੀ। ਇਹ ਸਾਰਾ ਕੁਝ ਇਸੇ ਨੇ ਬਣਾਇਆ ਹੋਇਆ ਹੈ। ਮੁਹੱਲੇ ਵਿੱਚ ਕੁਝ ਵੀ ਹੁੰਦਾ ਤਾਂ ਸਭ ਮੇਰੇ ਮੁੰਡੇ ਨੂੰ ਹੀ ਆ ਕੇ ਬੁਲਾਉਂਦੇ ਸਨ ਕਿ ਫਲਾਣੀ ਜਗ੍ਹਾ ਤੇ ਲੜਾਈ ਹੋ ਗਈ ਹੈ, ਆ ਜਾ, ਫਲਾਣੀ ਕੁੜੀ ਦਾ ਵਿਆਹ ਹੈ, ਆ ਕੇ ਕੰਮ ਕਰਾ ਦੇ। ਇਹ ਤਾਂ ਬਹੁਤ ਹੀ ਗੱਭਰੂ ਜਵਾਨ ਮੁੰਡਾ ਸੀ। ਮੇਰਾ ਮੁੰਡਾ ਇਸੇ ਤਰ੍ਹਾਂ ਬਹਾਦਰੀ ਵਿੱਚ ਆ ਕੇ ਇੱਕ ਦਿਨ ਹਵੇਲੀ ਵਿੱਚ ਚਲਾ ਗਿਆ, ਕਿਉਂਕਿ ਉੱਥੋਂ ਕਿਸੇ ਕੁੜੀ ਦੇ ਰੋਣ ਅਤੇ ਚੀਕਣ ਅਤੇ ਮਦਦ ਮੰਗਣ ਦੀਆਂ ਆਵਾਜ਼ਾਂ ਆਉਂਦੀਆਂ ਸਨ। ਉਸਨੇ ਸੋਚਿਆ ਕਿ ਕਿਸੇ ਦੀ ਧੀ ਭੈਣ ਹੋਵੇਗੀ, ਮਦਦ ਕਰਨਾ ਮੇਰਾ ਫਰਜ਼ ਹੈ।
ਇਸ ਲਈ ਉਹ ਅੰਦਰ ਚਲਾ ਗਿਆ ਅਤੇ ਉਸ ਦੇ ਨਾਲ 2-4 ਬੰਦੇ ਹੋਰ ਵੀ ਸਨ। ਪਰ ਜਦੋਂ ਵਾਪਸ ਆਇਆ ਤਾਂ ਇਸ ਦੀ ਹਾਲਤ ਅਜਿਹੀ ਸੀ। ਅਸੀਂ ਵਾਰ-ਵਾਰ ਪੁੱਛਿਆ ਪਰ ਇਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਕਿਹਾ ਕਿ ਕੀ ਮੈਂ ਤੁਹਾਡੇ ਬੇਟੇ ਨਾਲ ਗੱਲ ਕਰ ਸਕਦੀ ਹਾਂ? ਤਾਂ ਉਸ ਔਰਤ ਨੇ ਕਿਹਾ ਕਿ ਨਹੀਂ, ਹੁਣ ਤਾਂ ਡਾਕਟਰਾਂ ਨੇ ਵੀ ਮਨਾ ਕਰ ਦਿੱਤਾ ਹੈ ਕਿ ਇਸ ਦੇ ਦਿਮਾਗ ਤੇ ਬੋਝ ਨਹੀਂ ਪਾਉਣਾ ਹੈ। ਇਸ ਤੋਂ ਇਸ ਬਾਰੇ ਵਿੱਚ ਕੋਈ ਸਵਾਲ ਨਹੀਂ ਪੁੱਛਣਾ ਹੈ, ਨਹੀਂ ਤਾਂ ਇਸ ਨੂੰ ਖਤਰਾ ਹੋ ਸਕਦਾ ਹੈ। ਥੋੜੀ ਦੇਰ ਬਾਅਦ ਉਸ ਮੁੰਡੇ ਦੀ ਪਤਨੀ ਆਈ ਅਤੇ ਉਸਨੇ ਟੇਬਲ ਤੇ ਸ਼ਰਬਤ ਦਾ ਗਿਲਾਸ ਰੱਖਿਆ। ਉਸਨੇ ਕਿਹਾ ਕਿ ਉਂਝ ਵੀ ਤੁਸੀਂ ਕਿਸ ਹੱਕ ਨਾਲ ਆਏ ਹੋ? ਅਸੀਂ ਤਾਂ ਤੁਹਾਨੂੰ ਜਾਣਦੇ ਵੀ ਨਹੀਂ ਹਾਂ ਕਿ ਤੁਸੀਂ ਜਾਣਕਾਰੀ ਇਕੱਠੀ ਕਰਨ ਆਏ ਹੋ। ਮੈਂ ਕਿਹਾ ਕਿ ਦਰਅਸਲ ਮੈਨੂੰ ਵੀ ਆਵਾਜ਼ਾਂ ਆ ਰਹੀਆਂ ਸਨ। ਮੈਂ ਇੱਥੇ ਨਵੀਂ ਆਈ ਹਾਂ, ਇਸ ਲਈ ਮੈਨੂੰ ਫਿਕਰ ਹੋ ਰਹੀ ਸੀ। ਉਸਨੇ ਕਿਹਾ ਕਿ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਹਵੇਲੀ ਦੇ ਅੰਦਰ ਜਾਣ ਦੇ ਬਾਰੇ ਸੋਚੋ ਵੀ ਨਾ, ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ ਜੋ ਮੇਰੇ ਪਤੀ ਨਾਲ ਹੋਇਆ ਹੈ। ਅਤੇ ਉਂਝ ਵੀ ਕਿਸੇ ਦੇ ਮਾਮਲੇ ਵਿੱਚ ਟੰਗ ਨਹੀਂ ਅੜਾਉਣੀ ਚਾਹੀਦੀ। ਤੁਹਾਨੂੰ ਸਾਡੇ ਘਰ ਨਹੀਂ ਆਉਣਾ ਚਾਹੀਦਾ ਸੀ। ਤੁਹਾਡੇ ਕੋਲ ਕੋਈ ਹੱਕ ਨਹੀਂ ਹੈ। ਫਿਰ ਤੁਸੀਂ ਸਾਡਾ ਇੰਟਰਵਿਊ ਕਿਉਂ ਲੈ ਰਹੇ ਹੋ ਅਤੇ ਸਾਡੀ ਤਹਿਕੀਕਾਤ ਕਰ ਰਹੇ ਹੋ? ਉਹ ਉੱਥੋਂ ਚਲੀ ਗਈ ਤਾਂ ਮੁੰਡੇ ਦੀ ਮਾਂ ਨੇ ਕਿਹਾ ਕਿ ਬੇਟੀ ਮਾफ़ ਕਰੀ, ਜਦੋਂ ਤੋਂ ਇਸ ਦੇ ਪਤੀ ਨਾਲ ਇਹ ਸਭ ਕੁਝ ਹੋਇਆ ਹੈ ਤਾਂ ਇਹ ਬਹੁਤ ਚਿੜਚਿੜੀ ਹੋ ਗਈ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਸਮਝ ਸਕਦੀ ਹਾਂ ਅਤੇ ਮੈਂ ਉੱਥੋਂ ਆ ਗਈ। ਇਸ ਦਾ ਮਤਲਬ ਸਾਰਾ ਮੁਹੱਲਾ ਇਹ ਸਮਝਦਾ ਸੀ ਕਿ ਇਸ ਹਵੇਲੀ ਵਿੱਚ ਭੂਤ ਪ੍ਰੇਤ ਰਹਿੰਦੇ ਹਨ। ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਸ਼ੱਕ ਹੋ ਰਿਹਾ ਸੀ, ਪਰ ਮੈਂ ਇਹ ਰਾਜ਼ ਹਰ ਹਾਲ ਵਿੱਚ ਪਤਾ ਕਰਨਾ ਚਾਹੁੰਦੀ ਸੀ ਕਿ ਉੱਥੇ ਕੀ ਹੋ ਰਿਹਾ ਸੀ। ਫਿਰ ਮੈਨੂੰ ਦੁਕਾਨ ਵਾਲੇ ਨੇ ਇੱਕ ਹੋਰ ਕਹਾਣੀ ਸੁਣਾਈ। ਉਸਨੇ ਕਿਹਾ ਕਿ ਇੱਕ ਵਾਰ ਇੱਥੇ ਕੁਝ ਲੋਕ ਆਏ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਸ ਹਵੇਲੀ ਨੂੰ ਖਰੀਦ ਕੇ ਇੱਥੇ ਇੱਕ ਹੋਟਲ ਬਣਾਉਣਾ ਹੈ। ਉਹ ਲੋਕ ਵੀ ਇੱਥੋਂ ਪਾਗਲਾਂ ਦੀ ਤਰ੍ਹਾਂ ਭੱਜਦੇ ਹੋਏ ਨਿਕਲੇ ਸਨ। ਸਾਰੇ ਮੁਹੱਲੇ ਨੇ ਉਹਨਾਂ ਦੀਆਂ ਚੀਕਾਂ ਸੁਣੀਆਂ ਸਨ। ਉਸ ਤੋਂ ਬਾਅਦ ਤਾਂ ਇਹ ਗੱਲ ਪੱਕੀ ਹੋ ਗਈ ਸੀ ਕਿ ਹਵੇਲੀ ਵਿੱਚ ਜ਼ਰੂਰ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ ਜਿਸ ਨੇ ਉਹਨਾਂ ਨੂੰ ਡਰਾ ਕੇ ਉੱਥੋਂ ਕੱਢ ਦਿੱਤਾ ਹੈ, ਕਿਉਂਕਿ ਇਸ ਦਾ ਮਾਲਕ ਤਾਂ ਉਂਝ ਵੀ ਬਿਮਾਰ ਰਹਿੰਦਾ ਹੈ ਅਤੇ ਉਹ ਉਹਨਾਂ ਨੂੰ ਅਜਿਹਾ ਕੀ ਕਹਿ ਸਕਦਾ ਸੀ ਜਿਸ ਕਰਕੇ ਉਹ ਚੰਗੇ ਭਲੇ ਸੱਜਣ ਲੋਕ ਜੋ ਇਸ ਹਵੇਲੀ ਨੂੰ ਖਰੀਦਣ ਲਈ ਆਏ ਸਨ ਪਾਗਲਾਂ ਦੀ ਤਰ੍ਹਾਂ ਚੀਕਾਂ ਮਾਰਦੇ ਬਾਹਰ ਨਿਕਲੇ ਸਨ। ਮੈਂ ਕਿਹਾ ਕਿ ਇਸ ਦਾ ਮਤਲਬ ਇਸ ਹਵੇਲੀ ਦੇ ਮਾਲਕ ਦੇ ਸਿਵਾਏ ਜੋ ਵੀ ਉੱਥੇ ਜਾਂਦਾ ਹੈ ਉਸ ਦੇ ਨਾਲ ਜ਼ਰੂਰ ਕੁਝ ਬੁਰਾ ਹੁੰਦਾ ਹੈ। ਦੁਕਾਨਦਾਰ ਨੇ ਕਿਹਾ ਕਿ ਪਰ ਉਸ ਮਾਲਕ ਦੇ ਨਾਲ ਕਿਹੜਾ ਕੁਝ ਚੰਗਾ ਹੋਇਆ ਹੈ, ਉਹ ਵੀ ਤਾਂ ਮੰਜੇ ਤੇ ਹੀ ਪਿਆ ਹੈ। ਮੈਂ ਕਿਹਾ ਕਿ ਜੇਕਰ ਕੋਈ ਉਸ ਨੂੰ ਮਿਲਣ ਲਈ ਜਾਵੇ ਤਾਂ ਦੁਕਾਨਦਾਰ ਨੇ ਕਿਹਾ ਕਿ ਮਾफ़ ਕਰਿਓ ਭੈਣ ਜੀ, ਕੋਈ ਵੀ ਨਹੀਂ ਜਾਵੇਗਾ। ਮੈਂ ਤਾਂ ਸਭ ਨੂੰ ਮਨਾ ਕਰਦਾ ਹਾਂ ਕਿਉਂਕਿ ਉਹ ਪਾਗਲ ਹੈ ਅਤੇ ਅਚਾਨਕ ਇਨਸਾਨ ਤੇ ਹਮਲਾ ਕਰ ਦਿੰਦਾ ਹੈ। ਪਰ ਤੁਸੀਂ ਕਿਉਂ ਪੁੱਛ ਰਹੇ ਹੋ? ਕੀ ਤੁਸੀਂ ਜਾਣਾ ਚਾਹੁੰਦੇ ਹੋ? ਮੈਂ ਕਿਹਾ ਕਿ ਹਾਂ, ਮੈਂ ਜਾਣਾ ਚਾਹੁੰਦੀ ਹਾਂ। ਤਾਂ ਉਸਨੇ ਕਿਹਾ ਕਿ ਅਜਿਹੀ ਗਲਤੀ ਬਿਲਕੁਲ ਨਾ ਕਰਿਓ ਕਿਉਂਕਿ ਔਰਤਾਂ ਨੂੰ ਦੇਖਦੇ ਹੀ ਉਹ ਹੋਰ ਜ਼ਿਆਦਾ ਪਾਗਲ ਹੋ ਜਾਂਦਾ ਹੈ। ਇੱਕ ਰਾਤ ਫੇਰ ਮੈਨੂੰ ਕੁੜੀ ਦੇ ਰੋਣ ਅਤੇ ਚੀਕਾਂ ਮਾਰਨ ਦੀ ਆਵਾਜ਼ ਆ ਰਹੀ ਸੀ। ਮੇਰੇ ਦਿਮਾਗ ਵਿੱਚ ਇੱਕ ਅਜੀਬ ਜਿਹੀ ਗੱਲ ਹੈ। ਮੈਨੂੰ ਦੱਸਿਆ ਗਿਆ ਸੀ ਕਿ ਇਸ ਹਵੇਲੀ ਦਾ ਮਾਲਕ ਤਾਂ ਬਿਮਾਰ ਹੈ, ਮੰਜੇ ਤੇ ਪਿਆ ਹੈ ਅਤੇ ਦਿਮਾਗੀ ਮਰੀਜ਼ ਹੈ। ਇਹ ਵੀ ਦੱਸਿਆ ਗਿਆ ਸੀ ਕਿ ਉਸਦੇ ਪਰਿਵਾਰ ਦੇ ਸਾਰੇ ਲੋਕ ਮਰ ਗਏ ਹਨ ਅਤੇ ਉਸਨੇ ਕਿਸੇ ਨਾਲ ਵਿਆਹ ਵੀ ਨਹੀਂ ਕਰਵਾਇਆ ਹੈ। ਉਸਦੇ ਬੱਚੇ ਵੀ ਨਹੀਂ ਹਨ, ਪਰਿਵਾਰ ਵੀ ਨਹੀਂ ਹੈ। ਤਾਂ ਜ਼ਾਹਿਰ ਹੈ ਕਿ ਉਸਨੇ ਕੋਈ ਨੌਕਰ ਜ਼ਰੂਰ ਰੱਖਿਆ ਹੋਵੇਗਾ ਜੋ ਉਸਦੇ ਘਰ ਨੂੰ ਸਾਫ਼ ਕਰਦਾ ਹੋਵੇਗਾ। ਜੇਕਰ ਹਵੇਲੀ ਦੇ ਕੁਝ ਕਮਰਿਆਂ ਵਿੱਚ ਵੀ ਉਹ ਰਹਿੰਦਾ ਹੋਵੇਗਾ ਤਾਂ ਇਸ ਤਰ੍ਹਾਂ ਦਾ ਇਨਸਾਨ ਤਾਂ ਇੱਕ ਕਮਰੇ ਨੂੰ ਵੀ ਆਪਣੇ ਆਪ ਸਾਫ਼ ਨਹੀਂ ਕਰ ਸਕਦਾ, ਨਾ ਹੀ ਆਪਣੇ ਲਈ ਰੋਟੀ ਬਣਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਉਸਦੇ ਘਰ ਦਾ ਕੰਮ ਕੋਈ ਨਾ ਕੋਈ ਜ਼ਰੂਰ ਕਰਦਾ ਹੋਵੇਗਾ। ਪਰ ਉਹ ਕੌਣ ਹੋ ਸਕਦਾ ਹੈ? ਇੱਕ ਦਿਨ ਉਹ ਨੌਕਰਾਣੀ ਜਿਸ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਜੇਕਰ ਤੁਹਾਨੂੰ ਨੌਕਰ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ, ਮੇਰੇ ਨੇੜਿਓਂ ਲੰਘ ਰਹੀ ਸੀ। ਤਾਂ ਮੈਂ ਉਸਨੂੰ ਰੋਕ ਲਿਆ। ਮੈਂ ਕਿਹਾ ਕਿ ਮੈਨੂੰ ਤੁਹਾਡੇ ਤੋਂ ਕੰਮ ਕਰਵਾਉਣਾ ਹੈ, ਪਰ ਸਿਰਫ ਇੱਕ ਦਿਨ ਦੇ ਲਈ। ਮੈਂ ਤੁਹਾਨੂੰ ਇੱਕ ਦਿਨ ਦਾ 500 ਰੁਪਇਆ ਦੇਵਾਂਗੀ। ਉਸਨੇ ਕਿਹਾ ਕਿ ਠੀਕ ਹੈ। ਉਹ ਘਰ ਆ ਗਈ। ਮੈਂ ਉਸਨੂੰ ਕੱਪੜੇ ਕੱਢ ਕੇ ਦਿੱਤੇ। ਨੌਕਰਾਂ ਦੀ ਆਦਤ ਹੁੰਦੀ ਹੈ ਕਿ ਉਹ ਕੰਮ ਕਰਦੇ ਹੋਏ ਗੱਲਾਂ ਬਹੁਤ ਕਰਦੇ ਹਨ, ਪਰ ਹਲੇ ਤੱਕ ਇਹ ਚੁੱਪ ਹੀ ਸੀ। ਉਹ ਆਪਣਾ ਕੰਮ ਕਰ ਰਹੀ ਸੀ। ਜਦੋਂ ਮੈਂ ਇਹ ਗੱਲ ਛੇੜੀ, ਮੈਂ ਪੁੱਛਿਆ ਤੁਹਾਡੇ ਕਿੰਨੇ ਬੱਚੇ ਹਨ? ਤਾਂ ਉਹ ਦੱਸਣ ਲੱਗੀ ਅਤੇ ਫਿਰ ਮੈਂ ਕਿਹਾ ਕਿ ਤੁਸੀਂ ਹੋਰ ਕਿੱਥੇ ਕੰਮ ਕਰਦੇ ਹੋ? ਉਸਨੇ ਕਿਹਾ ਕਿ ਇੱਧਰ ਨੇੜੇ ਤੇੜੇ ਦੇ ਘਰਾਂ ਵਿੱਚ ਅਤੇ ਹਵੇਲੀ ਵਿੱਚ ਵੀ ਕੰਮ ਕਰਦੀ ਹਾਂ। ਮੈਂ ਕਿਹਾ ਕਿ ਪਰ ਹਵੇਲੀ ਵਿੱਚ ਤਾਂ ਕੋਈ ਵੀ ਨਹੀਂ ਜਾਂਦਾ। ਉਸਨੇ ਕਿਹਾ ਕਿ ਅਸੀਂ ਗਰੀਬ ਹਾਂ ਭੈਣ ਜੀ, ਸਾਨੂੰ ਭੂਤ ਪ੍ਰੇਤਾਂ ਤੋਂ ਜ਼ਿਆਦਾ ਭੁੱਖ ਅਤੇ ਗਰੀਬੀ ਤੋਂ ਡਰ ਲੱਗਦਾ ਹੈ।
ਇਸ ਲਈ ਮੈਂ ਉੱਥੇ ਕੰਮ ਕਰਨ ਜਾਂਦੀ ਹਾਂ। ਮੈਂ ਕਿਹਾ ਕਿ ਉਸ ਦਾ ਮਾਲਕ ਕਿਹੋ ਜਿਹਾ ਇਨਸਾਨ ਹੈ। ਉਸਨੇ ਕਿਹਾ ਕਿ ਉਹ ਤਾਂ ਮੰਜੇ ਤੇ ਹੀ ਪਿਆ ਹੈ। ਬੰਦੇ ਦਾ ਤਾਂ ਉਦੋਂ ਪਤਾ ਚੱਲਦਾ ਹੈ ਜਦੋਂ ਉਹ ਕੁਝ ਬੋਲੇ ਜਾਂ ਕੋਈ ਗੱਲ ਕਰੇ। ਉਹ ਤਾਂ ਬਿਮਾਰ ਰਹਿੰਦਾ ਹੈ ਅਤੇ ਉਸ ਦੀ ਦੇਖਭਾਲ ਕਰਨ ਲਈ ਇੱਕ ਡਾਕਟਰ ਵੀ ਆਉਂਦਾ ਹੈ ਅਤੇ ਇੱਕ ਨਰਸ ਵੀ ਆਉਂਦੀ ਹੈ। ਮੈਂ ਤਾਂ ਆਪਣਾ ਕੰਮ ਕਰਨ ਜਾਂਦੀ ਹਾਂ ਅਤੇ ਕੰਮ ਕਰਕੇ ਵਾਪਸ ਆ ਜਾਂਦੀ ਹਾਂ। ਮੈਂ ਕਿਹਾ ਕਿ ਇਹ ਜੋ ਰਾਤ ਨੂੰ ਆਵਾਜ਼ਾਂ ਆਉਂਦੀਆਂ ਹਨ, ਕੀ ਤੁਸੀਂ ਸੁਣੀਆਂ ਹਨ? ਇਸ ਗੱਲ ਤੇ ਉਹ ਚੁੱਪ ਹੋ ਗਈ। ਉਸਨੇ ਕਿਹਾ ਕਿ ਹਾਂ, ਮੈਂ ਸੁਣੀਆਂ ਹਨ। ਮੈਂ ਕਿਹਾ ਕਿ ਤੁਸੀਂ ਕਿੰਨੇ ਬਹਾਦਰ ਹੋ ਕਿ ਤੁਹਾਨੂੰ ਆਵਾਜ਼ਾਂ ਸੁਣਦੀਆਂ ਹਨ, ਫਿਰ ਵੀ ਤੁਸੀਂ ਕੰਮ ਲਈ ਉੱਥੇ ਜਾਂਦੇ ਹੋ। ਫਿਰ ਮੈਂ ਪੁੱਛਿਆ, ਸਿਰਫ ਦਿਨ ਵਿੱਚ ਹੀ ਕੰਮ ਕਰਦੇ ਹੋ ਜਾਂ ਕਦੇ-ਕਦੇ ਰਾਤ ਵੀ ਹੋ ਜਾਂਦੀ ਹੈ? ਉਸਨੇ ਕਿਹਾ ਕਿ ਕਦੇ-ਕਦੇ ਰਾਤ ਵੀ ਹੋ ਜਾਂਦੀ ਹੈ। ਮੈਂ ਕਿਹਾ ਕਿ ਜੇਕਰ ਮੈਂ ਪੂਰੇ ਮਹੀਨੇ ਲਈ ਤੁਹਾਨੂੰ ਕੰਮ ਤੇ ਰੱਖਾਂ ਤਾਂ ਤੁਸੀਂ ਮੇਰੇ ਤੋਂ ਕਿੰਨੇ ਪੈਸੇ ਲਓਗੇ? ਤਾਂ ਉਸਨੇ ਕਿਹਾ ਕਿ ਮੈਂ 10,000 ਰੁਪਏ ਲਵਾਂਗੀ। ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ 10,000 ਰੁਪਏ ਕੁਝ ਜ਼ਿਆਦਾ ਨਹੀਂ ਹਨ? ਅਸਲ ਵਿੱਚ ਮੇਰਾ ਸੰਬੰਧ ਇੱਕ ਪਿੰਡ ਨਾਲ ਹੈ ਅਤੇ ਉੱਥੇ ਤਾਂ ਜੇਕਰ ਕੋਈ ਦੁਕਾਨਦਾਰੀ ਕਰਦਾ ਸੀ ਜਾਂ ਕਿਸੇ ਦੇ ਇੱਥੇ ਨੌਕਰੀ ਕਰਦਾ ਸੀ ਤਾਂ ਉਸ ਨੂੰ 10,000 ਰੁਪਏ ਦਿੱਤੇ ਜਾਂਦੇ ਹਨ ਅਤੇ ਇੱਥੇ ਇਹ ਨੌਕਰਾਣੀ ਹੋ ਕੇ 10,000 ਰੁਪਏ ਮੰਗ ਰਹੀ ਸੀ। ਉਸਨੇ ਕਿਹਾ ਕਿ ਮੈਂ ਤਾਂ ਇੰਨੇ ਪੈਸੇ ਹੀ ਲੈਂਦੀ ਹਾਂ। ਜੇਕਰ ਤੁਹਾਨੂੰ ਨਹੀਂ ਕਰਵਾਉਣਾ ਤਾਂ ਤੁਹਾਡੀ ਮਰਜ਼ੀ। ਜੇਕਰ ਤੁਸੀਂ ਮੇਰੇ ਤੋਂ ਕਦੇ-ਕਦੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਇੱਕ ਦਿਨ ਦੇ 500 ਰੁਪਏ ਲਵਾਂਗੀ। ਮੈਂ ਕਿਹਾ ਠੀਕ ਹੈ, ਮੈਂ ਤੁਹਾਡੇ ਤੋਂ ਕੰਮ ਕਰਵਾਉਣਾ ਚਾਹੁੰਦੀ ਹਾਂ। ਮੈਂ ਤੁਹਾਨੂੰ 2 ਦਿਨ ਬਾਅਦ ਦੱਸਾਂਗੀ। ਉਸਨੇ ਕਿਹਾ ਠੀਕ ਹੈ। ਉਹ ਕੰਮ ਕਰਕੇ ਮੇਰੇ ਘਰ ਤੋਂ ਚਲੀ ਗਈ। ਗੱਲਾਂ-ਗੱਲਾਂ ਵਿੱਚ ਇਹ ਵੀ ਦੱਸਣ ਲੱਗੀ ਕਿ ਹਵੇਲੀ ਬਹੁਤ ਜ਼ਿਆਦਾ ਖੂਬਸੂਰਤ ਹੈ। ਉਸ ਨੂੰ ਲਾਲ ਹਵੇਲੀ ਇੰਜ ਹੀ ਨਹੀਂ ਕਹਿੰਦੇ। ਉਸ ਦੀਆਂ ਸਾਰੀਆਂ ਕੰਧਾਂ ਲਾਲ ਹਨ ਅਤੇ ਅੰਦਰ ਤੋਂ ਵੀ ਲਾਲ ਰੰਗ ਨਾਲ ਸਜਾਵਟ ਕੀਤੀ ਗਈ ਹੈ। ਇੱਥੋਂ ਤੱਕ ਕਿ ਫਰਨੀਚਰ ਨੂੰ ਵੀ ਲਾਲ ਰੰਗ ਕੀਤਾ ਗਿਆ ਹੈ। ਬਹੁਤ ਹੀ ਪਿਆਰੀ ਹੈ, ਪਰ ਭੂਤ ਪ੍ਰੇਤ ਦੇ ਕਾਰਨ ਇੱਥੇ ਆਉਣਾ ਜਾਣਾ ਬੰਦ ਹੋ ਗਿਆ। ਕੋਈ ਵੀ ਨਹੀਂ ਆਉਂਦਾ ਹੈ। ਮੈਂ ਕਿਹਾ ਕਿ ਸੱਚਮੁੱਚ ਇੱਥੇ ਕੋਈ ਭੂਤ ਪ੍ਰੇਤ ਹੈ ਜਾਂ ਇਹ ਕੋਈ ਕਹਾਣੀ ਹੈ? ਉਸਨੇ ਕਿਹਾ ਕਿ ਪਤਾ ਨਹੀਂ, ਪਰ ਮੈਂ ਵੀ ਦੇਖੇ ਹਨ। ਮੈਂ ਕਿਹਾ ਕਿ ਤੁਸੀਂ ਕਿੱਥੇ ਰਹਿੰਦੇ ਹੋ? ਮੈਨੂੰ ਆਪਣਾ ਨੰਬਰ ਦੇ ਦਿਓ, ਕਦੇ ਮੈਂ ਤੁਹਾਨੂੰ ਅਚਾਨਕ ਵੀ ਬੁਲਾ ਸਕਦੀ ਹਾਂ। ਉਸਨੇ ਕਿਹਾ ਕਿ ਠੀਕ ਹੈ। ਉਂਝ ਵੀ ਬਹੁਤ ਲੋਕ ਮੇਰੇ ਤੋਂ ਕੰਮ ਕਰਵਾਉਂਦੇ ਹਨ ਅਤੇ ਉਹ ਮੈਨੂੰ ਫੋਨ ਕਰਕੇ ਹੀ ਬੁਲਾਉਂਦੇ ਹਨ। ਉਸਨੇ ਮੈਨੂੰ ਆਪਣਾ ਨੰਬਰ ਦੇ ਦਿੱਤਾ ਅਤੇ ਮੈਂ ਸੋਚ ਲਿਆ ਕਿ ਮੈਨੂੰ ਕੀ ਕਰਨਾ ਹੈ। ਮੈਂ ਉਸ ਨੌਕਰਾਣੀ ਦੇ ਘਰ ਜਾਣਾ ਚਾਹੁੰਦੀ ਸੀ। ਕਿਉਂ ਜਾਣਾ ਚਾਹੁੰਦੀ ਸੀ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ। ਮੈਂ ਉਸ ਦੇ ਘਰ ਚਲੀ ਗਈ। ਮੈਂ ਚਿਹਰੇ ਤੇ ਦੁਪੱਟਾ ਲਪੇਟ ਕੇ ਗਈ ਸੀ ਤਾਂ ਜੋ ਆਪਣੀ ਪਹਿਚਾਣ ਲੁਕੋ ਸਕਾਂ। ਜਦੋਂ ਮੈਂ ਉਸ ਦਾ ਘਰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਉਸ ਤੋਂ ਬਾਅਦ ਇੱਕ ਦਿਨ ਮੈਂ ਉਸ ਨੌਕਰਾਣੀ ਨੂੰ ਆਪਣੇ ਘਰ ਬੁਲਾਇਆ। ਉਸ ਨੂੰ ਪੁੱਛਿਆ ਕਿ ਉੱਥੇ ਰਾਤ ਨੂੰ ਕੀ ਹੁੰਦਾ ਹੈ, ਮੈਨੂੰ ਦੱਸ। ਉਸਨੇ ਕਿਹਾ ਕਿ ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ। ਉਹ ਮੈਨੂੰ ਸਭ ਕੁਝ ਦੱਸਣ ਵਾਲੀ ਸੀ ਕਿਉਂਕਿ ਮੈਂ ਇੱਥੇ ਕੰਮ ਦੇ ਸਿਲਸਿਲੇ ਵਿੱਚ ਆਈ ਸੀ। ਉਹ ਕੰਮ ਇਹੀ ਸੀ ਕਿ ਮੈਂ ਇਹ ਪਤਾ ਕਰਨਾ ਚਾਹੁੰਦੀ ਸੀ ਕਿ ਲਾਲ ਹਵੇਲੀ ਵਿੱਚ ਕੀ ਹੁੰਦਾ ਹੈ, ਕਿਉਂਕਿ ਮੈਂ ਕੋਈ ਹੋਰ ਨਹੀਂ ਬਲਕਿ ਇੱਕ ਪ੍ਰਾਈਵੇਟ ਕੰਪਨੀ ਦੀ ਜਾਸੂਸ ਸੀ। ਸਾਨੂੰ ਦੱਸਿਆ ਗਿਆ ਸੀ ਕਿ ਇਸ ਹਵੇਲੀ ਦੇ ਅੰਦਰ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਅਤੇ ਇਸ ਕੰਮ ਨੂੰ ਲੁਕਾਉਣ ਲਈ ਭੂਤਾਂ ਪ੍ਰੇਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਅੰਦਰ ਨਾ ਆ ਜਾਵੇ ਅਤੇ ਉਸ ਨੂੰ ਪਤਾ ਨਾ ਚੱਲੇ ਕਿ ਉੱਥੇ ਕੀ ਹੋ ਰਿਹਾ ਹੈ, ਕਿਉਂਕਿ ਅਜਿਹੀ ਥਾਂ ਤੇ ਤਾਂ ਬਹਾਦਰ ਤੋਂ ਬਹਾਦਰ ਆਦਮੀ ਵੀ ਨਹੀਂ ਜਾਂਦਾ। ਇਨਸਾਨ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੋਂ ਨਹੀਂ ਡਰਦਾ, ਪਰ ਵੱਡੇ ਤੋਂ ਵੱਡਾ ਆਦਮੀ ਵੀ ਭੂਤਾਂ ਪ੍ਰੇਤਾਂ ਤੋਂ ਡਰ ਜਾਂਦਾ ਹੈ, ਭਾਵੇਂ ਉਸਨੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਦੇਖਿਆ ਹੋਵੇ ਜਾਂ ਨਾ ਦੇਖਿਆ ਹੋਵੇ। ਇਸ ਦਾ ਕਾਰਨ ਕਹਾਣੀਆਂ ਹਨ ਜੋ ਅਸੀਂ ਬਚਪਨ ਤੋਂ ਸੁਣਦੇ ਹਾਂ, ਜੋ ਸਾਨੂੰ ਸਾਡੇ ਦਾਦਾ, ਨਾਨਾ, ਮਾਂ, ਬਾਪ, ਰਿਸ਼ਤੇਦਾਰ ਜਾਂ ਦੋਸਤ ਸੁਣਾਉਂਦੇ ਹਨ। ਸਾਨੂੰ ਭੂਤਾਂ ਤੋਂ ਇਸ ਤਰ੍ਹਾਂ ਡਰਾਇਆ ਜਾਂਦਾ ਸੀ ਕਿ ਭਾਵੇਂ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਾ ਦੇਖਿਆ ਹੋਵੇ, ਪਰ ਫਿਰ ਵੀ ਅਸੀਂ ਉਹਨਾਂ ਤੋਂ ਡਰਦੇ ਹਾਂ। ਇਹੀ ਕਾਰਨ ਸੀ ਕਿ ਇਸ ਹਵੇਲੀ ਵੱਲ ਕੋਈ ਨਹੀਂ ਆਉਂਦਾ ਸੀ ਅਤੇ ਇੱਥੋਂ ਆਉਣ ਵਾਲੀਆਂ ਆਵਾਜ਼ਾਂ ਜੋ ਕਿਸੇ ਕੁੜੀ ਦੇ ਰੋਣ ਚੀਕਣ ਦੀਆਂ ਹੁੰਦੀਆਂ ਸਨ, ਰੌਂਗਟੇ ਖੜੇ ਕਰ ਦੇਣ ਵਾਲੀਆਂ ਸਨ, ਜਿਨ੍ਹਾਂ ਨੂੰ ਜਾਣ-ਬੁੱਝ ਕੇ ਕਢਵਾਇਆ ਜਾਂਦਾ ਸੀ ਤਾਂ ਜੋ ਲੋਕ ਇਹ ਸਮਝਣ ਕਿ ਇੱਥੇ ਭੂਤ ਪ੍ਰੇਤ ਦਾ ਰਾਜ ਹੈ। ਦਰਅਸਲ ਹਵੇਲੀ ਦੇ ਅੰਦਰ ਬਹੁਤ ਵੱਡੀ ਮਾਤਰਾ ਵਿੱਚ ਖਾਣ-ਪੀਣ ਦੇ ਸਮਾਨ ਦੀ ਸਮਗਲਿੰਗ ਦਾ ਕਾਰੋਬਾਰ ਕੀਤਾ ਜਾਂਦਾ ਸੀ। ਉਸ ਹਵੇਲੀ ਦਾ ਮਾਲਕ ਬਿਲਕੁਲ ਵੀ ਪਾਗਲ ਨਹੀਂ ਸੀ। ਉਹ ਹੱਟਾ-ਕੱਟਾ ਇਨਸਾਨ ਸੀ ਅਤੇ ਉਹ ਇਹ ਸਭ ਕੁਝ ਕਰਵਾ ਰਿਹਾ ਸੀ। ਮੁਹੱਲੇ ਦੇ 3 ਮੁੰਡੇ ਉੱਥੇ ਗਏ ਸੀ ਅਤੇ ਕਿਹਾ ਗਿਆ ਸੀ ਕਿ 2 ਗਾਇਬ ਹੋ ਗਏ ਹਨ। ਦਰਅਸਲ ਉਹਨਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਸੀ ਤਾਂ ਜੋ ਇਸ ਬਾਰੇ ਉਹ ਕਿਸੇ ਨੂੰ ਨਾ ਦੱਸਣ। ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਸੀ। ਉਹਨਾਂ ਦਾ ਮੂੰਹ ਬੰਦ ਰੱਖਣ ਲਈ ਉਹਨਾਂ ਨੂੰ ਬਹੁਤ ਸਾਰਾ ਪੈਸਾ ਦਿੱਤਾ ਗਿਆ ਸੀ।
ਜੋ ਆਦਮੀ ਇੱਥੇ ਰਹਿੰਦਾ ਸੀ ਅਤੇ ਮੁਹੱਲੇ ਵਾਲਿਆਂ ਲਈ ਗੁੰਗਾ ਬਣਿਆ ਹੋਇਆ ਸੀ, ਉਹ ਵੀ ਗੁੰਗਾ ਨਹੀਂ ਸੀ, ਬਿਲਕੁਲ ਠੀਕ ਠਾਕ ਸੀ। ਜਦੋਂ ਮੈਂ ਉਸਦੇ ਘਰ ਗਈ ਤਾਂ ਉਸਦੀ ਪਤਨੀ ਨੂੰ ਗੁੱਸਾ ਆ ਗਿਆ ਸੀ ਅਤੇ ਉਸਦੇ ਘਰ ਵਿੱਚ ਇੰਨੀ ਸਹੂਲਤ ਸੀ, ਜਦੋਂ ਕਿ ਉਹਨਾਂ ਦੇ ਘਰ ਦਾ ਆਦਮੀ ਤਾਂ ਕਮਾਉਣ ਦੇ ਕਾਬਿਲ ਨਹੀਂ ਸੀ। ਉਹਨਾਂ ਨੂੰ ਵੀ ਮਹੀਨੇ ਦੇ ਪੈਸੇ ਦਿੱਤੇ ਜਾਂਦੇ ਸਨ। ਉਸ ਨੌਕਰਾਣੀ ਨੂੰ ਵੀ ਇਸ ਬਾਰੇ ਵਿੱਚ ਪਤਾ ਸੀ, ਇਸ ਲਈ ਉਸ ਨੂੰ ਵੀ ਪੈਸੇ ਦਿੱਤੇ ਜਾਂਦੇ ਸਨ। ਜਦੋਂ ਮੈਂ ਉਸਦੇ ਘਰ ਗਈ ਤਾਂ ਮੈਂ ਹੈਰਾਨ ਰਹਿ ਗਈ ਸੀ। ਉੱਥੇ ਫਰਿੱਜ, ਟੀਵੀ ਅਤੇ ਅਜਿਹੀਆਂ ਚੀਜ਼ਾਂ ਜੋ ਮੇਰੇ ਘਰ ਵਿੱਚ ਵੀ ਨਹੀਂ ਸਨ, ਸਭ ਕੁਝ ਮੌਜੂਦ ਸੀ। ਜਿੱਥੇ ਕਰੋੜਾਂ ਦੀ ਮਾਤਰਾ ਵਿੱਚ ਸਮਗਲਿੰਗ ਹੋ ਰਹੀ ਹੋਵੇ ਤਾਂ ਉੱਥੇ ਕੁਝ ਲੋਕਾਂ ਨੂੰ ਚੁੱਪ ਕਰਾਉਣ ਲਈ ਮਹੀਨੇ ਦੇ ਕੁਝ ਲੱਖ ਦੇ ਵੀ ਦਿੱਤੇ ਜਾਂਦੇ ਤਾਂ ਉਹਨਾਂ ਲਈ ਕੁਝ ਬੁਰਾ ਨਹੀਂ ਸੀ। ਮੈਨੂੰ ਇਸੇ ਕੰਮ ਲਈ ਇੱਥੇ ਭੇਜਿਆ ਗਿਆ ਸੀ, ਇਸ ਲਈ ਮੈਂ ਹਵੇਲੀ ਦੇ ਨਾਲ ਕਮਰਾ ਲਿਆ ਸੀ ਅਤੇ ਇਸ ਕੇਸ ਨੂੰ ਹੱਲ ਕਰਨਾ ਮੇਰੀ ਜ਼ਿੰਮੇਵਾਰੀ ਸੀ, ਜਿਸ ਨੂੰ ਮੈਂ ਬਖੂਬੀ ਹੱਲ ਕਰ ਲਿਆ। ਹਾਂ, ਹੁਣ ਇਹ ਗੱਲ ਪਤਾ ਲੱਗ ਗਈ ਸੀ। ਉਹਨਾਂ ਲੋਕਾਂ ਨੂੰ ਫੜ ਲਿਆ ਗਿਆ ਸੀ। ਉਹਨਾਂ ਦਾ ਸਾਰਾ ਸਮਾਨ ਸਰਕਾਰ ਨੇ ਜ਼ਬਤ ਕਰ ਲਿਆ ਸੀ। ਲੋਕ ਇੱਕ ਦੂਜੇ ਨੂੰ ਬਦਨਾਮ ਕਰਦੇ ਹਨ, ਪਰ ਇੱਥੇ ਤਾਂ ਉਹਨਾਂ ਨੇ ਭੂਤ ਪ੍ਰੇਤਾਂ ਨੂੰ ਵੀ ਨਹੀਂ ਛੱਡਿਆ ਅਤੇ ਉਹਨਾਂ ਨੂੰ ਬਦਨਾਮ ਕਰਕੇ ਉਹਨਾਂ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਸਨ। ਜਿਸ ਨੂੰ ਇਸ ਬਾਰੇ ਵਿੱਚ ਪਤਾ ਚੱਲਦਾ ਸੀ, ਉਸ ਨੂੰ ਪੈਸਿਆਂ ਦੀ ਆਫਰ ਦਿੱਤੀ ਜਾਂਦੀ ਸੀ। ਮੈਨੂੰ ਵੀ ਆਫਰ ਆਈ ਸੀ ਅਤੇ ਮੈਨੂੰ ਮੇਰੇ ਕੰਮ ਦੇ ਮੁਤਾਬਕ ਆਫਰ ਕੀਤੀ ਗਈ ਸੀ, ਪਰ ਮੈਂ 1 ਰੁਪਇਆ ਵੀ ਨਹੀਂ ਲਿਆ, ਕਿਉਂਕਿ ਮੈਨੂੰ ਪਤਾ ਸੀ ਕਿ ਮਾਲ ਜਦੋਂ ਜਮ੍ਹਾਂ ਕੀਤਾ ਜਾਂਦਾ ਹੈ ਤਾਂ ਗਰੀਬ ਦਾ ਪੇਟ ਕੱਟਿਆ ਜਾਂਦਾ ਹੈ ਅਤੇ ਉਹ ਰਾਸ਼ਨ ਦਾ ਸਮਾਨ ਜੋ ਗਰੀਬ ਗਰੂਬਿਆਂ ਤੱਕ ਪਹੁੰਚਣਾ ਹੁੰਦਾ ਹੈ ਨਹੀਂ ਪਹੁੰਚਦਾ ਅਤੇ ਇਸ ਚੀਜ਼ ਨੂੰ ਉਦੋਂ ਕੱਢਿਆ ਜਾਂਦਾ ਹੈ ਜਦੋਂ ਉਸ ਦੀ ਕੀਮਤ ਸੋਨੇ ਦੇ ਬਰਾਬਰ ਹੋ ਜਾਂਦੀ ਹੈ। ਇੱਕ ਆਟੇ ਅਤੇ ਚੀਨੀ ਨੂੰ ਇਕੱਠਾ ਕੀਤਾ ਜਾਂਦਾ ਸੀ। ਮੈਂ ਆਪਣਾ ਕੇਸ ਹੱਲ ਕਰ ਲਿਆ ਸੀ ਅਤੇ ਉੱਥੋਂ ਚਲੀ ਗਈ ਸੀ। ਮੈਨੂੰ ਬਾਅਦ ਵਿੱਚ ਹਵੇਲੀ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਉਸ ਹਵੇਲੀ ਨੂੰ ਦੇਖਿਆ। ਮੈਨੂੰ ਸੱਚਮੁੱਚ ਵੀ ਹਵੇਲੀਆਂ ਪਸੰਦ ਸਨ, ਪਰ ਮੈਂ ਇੱਥੇ ਆਪਣੀ ਕਿਸੇ ਪਸੰਦ ਦੇ ਲਈ ਨਹੀਂ ਬਲਕਿ ਕੰਮ ਦੇ ਸਿਲਸਿਲੇ ਵਿੱਚ ਆਈ ਸੀ। ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਨਸਾਨ ਬਹੁਤ ਅਜੀਬ ਹੈ। ਉਹ ਕਦੋਂ ਕੀ ਕਰ ਜਾਵੇ ਕਿਸੇ ਨੂੰ ਵੀ ਨਹੀਂ ਪਤਾ ਚੱਲਦਾ। ਅਸੀਂ ਸੋਚਦੇ ਹੀ ਰਹਿ ਜਾਂਦੇ ਹਾਂ ਅਤੇ ਕੀ ਤੋਂ ਕੀ ਹੋ ਜਾਂਦਾ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।